ਵਿਚਾਰ ਆਪ ਬੁੱਧਵਾਨ। ਕੁਤਬ ਖਾਨ ਸੁਨ ਈਨ ਬਖਾਨ। ਚਾਵਰ ਛਤਰ ਤਖਤ ਕੇ ਮਾਲਕ, ਗੁਰਤਾ ਗੱਦੀ ਉੱਪਰ ਸੁਭਾਇਮਾਨ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ। ਗਰੀਬ ਨਵਾਜ ਜੋਤੀ ਸਰੂਪ, ਸ਼ਬਦ ਸਰੂਪ, ਸਰਬ ਕਲਾ ਸਮਰੱਥ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਨਤਮਸਤਕ ਹੋ ਕਰਕੇ ਸਤਿਗੁਰਾਂ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੀ ਸਮੂਹ ਗੁਰੂ ਕੀ ਸੰਗਤ ਜੀ। ਵਡਭਾਗੇ ਆ ਜੋ ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਾਰੇ ਉਪਕਾਰੀ। ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਜੁੜ ਕੇ ਸਤ ਸੰਗਤ ਦਾ ਲਾਭ ਪ੍ਰਾਪਤ ਕਰ ਰਹੇ ਹਾਂ। ਆਪ ਸੰਗਤਾਂ ਨੇ ਸਤਿਗੁਰਾਂ ਦੇ ਅੰਮ੍ਰਿਤ ਦਰਸ਼ਨ, ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ, ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ, ਸ਼੍ਰੀ ਮੁਖ ਵਾਕ ਪ੍ਰਾਪਤ ਕੀਤੇ, ਸ਼ਰਵਨ ਕੀਤੇ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ। ਸੋ ਆਓ ਪਾਵਨ ਇਤਿਹਾਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰ ਫਤਿਹ ਵਿੱਚ ਸਾਂਝ ਪਾਓ, ਰਸਨਾ ਸਫਲਾਓ, ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ ਵਾਲਾ ਪ੍ਰਸੰਗ ਸੰਖੇਪ ਕੋ ਮਾਤਰ ਦੁਹਰਾ ਲਈਏ ਤਾਂ ਕਿ ਲੜੀ ਰਹੇ ਔਰ ਅੱਗੇ ਆ ਰਹੀ ਕਥਾ ਦੀ ਵਿਚਾਰ ਸੁਖਾਲੀ ਸਮਝ ਪੈ ਜਾਵੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਕਰ ਕਮਲਾਂ ਤੋਂ ਪੈਂਦੇ ਖਾਣ ਦਾ ਉਧਾਰ ਹੋ ਗਿਆ ਹੈ। ਜਿਸ ਵਕਤ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਤੇ ਹਮਲਾਵਰ ਹੋਣ ਲੱਗਾ ਸੀ, ਉਸ ਸਮੇਂ ਇਸ ਦਾ ਜਵਾਈ ਉਸਮਾਨ ਖਾਨ ਵੀ ਇਸ ਦੇ ਨਾਲ ਸੀ। ਇਸ ਦੇ ਨਾਲ ਉਸਮਾਨ ਖਾਨ ਨੂੰ ਵੇਖ ਕੇ ਬਾਬਾ ਗੁਰਦਿੱਤਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਉਹਨਾਂ ਨੇ ਉਸਮਾਨ ਖਾਨ ਨੂੰ ਲਲਕਾਰਿਆ ਔਰ ਕਹਿਣ ਲੱਗੇ, ਇਸ ਜਗ੍ਹਾ ਨੂੰ ਛੱਡ ਕੇ ਕਿੱਥੇ ਚੱਲਿਆ, ਇੱਥੇ ਖਲੋ ਕੇ ਸਾਡਾ ਮੁਕਾਬਲਾ ਕਰ। ਇਹ ਵੰਗਾਰ ਸੁਣ ਕੇ ਉਸਮਾਨ ਖਾਨ ਗੁੱਸੇ ਵਿੱਚ ਆਇਆ। ਇਸਨੇ ਇੱਕ ਤਿੱਖਾ ਤੀਰ ਬਾਬਾ ਗੁਰਦਿੱਤਾ ਸਾਹਿਬ 'ਤੇ ਚਲਾਇਆ। ਬਾਬਾ ਗੁਰਦਿੱਤਾ ਸਾਹਿਬ ਵੀ ਵੀਰ ਰਸ ਦੇ ਵਿੱਚ ਆਏ। ਦੋਹਾਂ ਸੂਰਮਿਆਂ ਨੇ ਇੱਕ ਦੂਜੇ 'ਤੇ ਬਹੁਤ ਤੀਰਾਂ ਦੀ ਬਾਰਿਸ਼ ਕੀਤੀ, ਪਰ ਕਿਸੇ ਨਾ ਕਿਸੇ ਬਦ ਤਰੀਕੇ ਬਚ ਜਾਂਦੇ ਰਹੇ। ਇਸ ਤੋਂ ਖਫਾ ਹੋ ਕੇ ਉਸਮਾਨ ਖਾਨ ਨੇ ਬੜੀ ਫੁਰਤੀ ਨਾਲ ਇੱਕ ਤੀਰ ਚਲਾਇਆ ਜੋ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਘੋੜੇ ਦੀ ਕਾਠੀ ਵਿੱਚ ਵੱਜਿਆ।
ਬਾਬਾ ਜੀ ਵੀਰ ਰਸ ਵਿੱਚ ਆਏ, ਪੱਥੇ ਵਿੱਚੋਂ ਖਪਰਾ ਤਿੱਖਾ ਤੀਰ ਕੱਢਿਆ ਔਰ ਨਿਸ਼ਾਨਾ ਬਣਾ ਕੇ ਉਸਮਾਨ ਖਾਨ ਨੂੰ ਤੀਰ ਚਲਾਇਆ ਹੈ। ਇਸ ਦੇ ਮੱਥੇ ਵਿੱਚ ਦੀ ਪ੍ਰਵੇਸ਼ ਕਰਕੇ ਇਸ ਦੇ ਸਾਰੇ ਸਿਰ ਨੂੰ ਵਿੰਨ੍ਹਦਿਆਂ ਹੋਇਆਂ ਪਿੱਛੋਂ ਗਿੱਚੀ ਵਿੱਚ ਦੀ ਇਹ ਤੀਰ ਪਾਰ ਨਿਕਲ ਗਿਆ ਹੈ। ਉਸਮਾਨ ਖਾਨ ਉਸੇ ਵਕਤ ਧਰਤੀ ਤੇ ਡਿੱਗ ਪਿਆ। ਇਸ ਦੇ ਸਵਾਸ ਨਿਕਲ ਗਏ। ਬਾਬਾ ਗੁਰਦਿੱਤਾ ਸਾਹਿਬ ਜੀ ਉਸ ਦੇ ਮ੍ਰਿਤਕ ਸਰੀਰ ਦੇ ਪਾਸ ਜਾ ਕਰਕੇ ਖੜੋਤੇ। ਨੇਤਰਾਂ ਦੇ ਵਿੱਚੋਂ ਵੈਰਾਗ ਦਾ ਜਲ ਆਇਆ ਹੈ। ਉਸ ਸਮੇਂ ਬਾਬਾ ਬਿਧੀ ਚੰਦ ਸਾਹਿਬ ਜੀ ਪਾਸ ਗਏ ਔਰ ਕਹਿਣ ਲੱਗੇ, ਸਾਹਮਣਿਓਂ ਮੁਗਲ ਫੌਜ ਦੀ ਹੇੜ ਚੜ੍ਹ ਕੇ ਆ ਰਹੀ ਹੈ ਔਰ ਤੁਸੀਂ ਦੁਸ਼ਮਣ ਵਾਲੇ ਪਾਸੇ ਖਲੋਤੇ ਕੀ ਕਰ ਰਹੇ ਹੋ? ਜਾਂ ਤੇ ਜੰਗ ਲੜਨ ਦੇ ਲਈ ਸਾਵਧਾਨ ਹੋਵੋ ਜਾਂ ਫਿਰ ਪਿਛਾਂ ਪਿੱਛੇ ਘਰ ਨੂੰ ਪਰਤ ਜਾਵੋ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਵੈਰਾਗ ਵਿੱਚ ਜਵਾਬ ਦਿੱਤਾ, ਉਸਮਾਨ ਖਾਨ ਸਾਡਾ ਸਾਥੀ ਸੀ, ਅਸੀਂ ਇਕੱਠੇ ਖੇਡਦੇ ਰਹੇ, ਇਕੱਠਿਆਂ ਨੇ ਕਈ ਵਾਰ ਅਸੀਂ ਸ਼ਿਕਾਰ ਕੀਤਾ ਹੈ, ਸਾਡਾ ਇਹਦੇ ਨਾਲ ਸੁਨੇਹ ਸੀ, ਸਾਡੇ ਸਖਿਆਂ ਵਰਗਾ ਸੀ, ਮਿੱਤਰਾਂ ਵਰਗਾ ਸੀ, ਭਰਾਵਾਂ ਵਰਗਾ ਸੀ। ਅਸੀਂ ਅੱਜ ਪਹਿਲੀ ਵਾਰ ਜੰਗ ਦੇ ਵਿੱਚ ਉਤਰੇ ਹਾਂ ਔਰ ਆਪਣੇ ਇਸ ਮਿੱਤਰ ਨੂੰ ਅਸੀਂ ਜੰਗ ਦੇ ਵਿੱਚ ਮਾਰ ਦਿੱਤਾ ਹੈ। ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਾਬਾ ਬਿਧੀ ਚੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਲੈ ਕਰਕੇ ਗਏ। ਬਾਬਾ ਗੁਰਦਿੱਤਾ ਸਾਹਿਬ ਜੀ ਦੀ ਵੈਰਾਗ ਵਾਲੀ ਹਾਲਾਤ ਵੇਖ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ 2 ਸਿੱਖ ਸੂਰਮੇ ਨਾਲ ਲੈ ਕਰਕੇ ਮਹਿਲਾਂ ਵਿੱਚ ਘਰ ਦੇ ਵਿੱਚ ਚਲੇ ਜਾਵੋ। ਘਰ ਦੇ ਵਿੱਚ ਜਾ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਸ਼ਾਂਤ ਰੂਪ ਹੋ ਕੇ ਨਾ ਕਿਸੇ ਦੀ ਕੋਈ ਗੱਲ ਕਹਿੰਦੇ ਹੈ ਸੁਣਦੇ ਆ, ਨਾ ਕਿਸੇ ਨੂੰ ਕੋਈ ਬਚਨ ਕਹਿੰਦੇ ਆ। ਐਸੀ ਵੈਰਾਗ ਦੀ ਦਸ਼ਾ ਦੇ ਵਿੱਚ ਜਾ ਕੇ ਬੈਠ ਗਏ ਹਨ। ਇੱਧਰ ਕਾਲੇ ਖਾਨ ਨੇ ਕੁਤਬ ਖਾਨ ਨੂੰ ਪੁੱਛਿਆ, ਜਿਸ ਦੀ ਮਦਦ ਕਰਨ ਵਾਸਤੇ ਆਏ ਸੀ ਬਾਦਸ਼ਾਹ ਸ਼ਾਹਜਹਾਂ ਨੇ ਭੇਜਿਆ ਸੀ, ਉਹ ਪੈਂਦੇ ਖਾਨ ਜੰਗ ਦੇ ਵਿੱਚ ਮਾਰਿਆ ਗਿਆ। ਹੁਣ ਕੀ ਕੀਤਾ ਜਾਵੇ? ਵਾਪਸ ਲਾਹੌਰ ਪਰਤ ਚਲੀਏ? ਜੇ ਚਲੇ ਜਾਵਾਂਗੇ ਦਰਬਾਰ ਦੇ ਵਿੱਚ, ਕਚਹਿਰੀ ਦੇ ਵਿੱਚ ਮੂੰਹ ਕੀ ਦਿਖਾਵਾਂਗੇ? ਸਾਰੀ ਕਚਹਿਰੀ ਸਾਡੇ ਉੱਪਰ ਹੱਸੇਗੀ। ਸਾਨੂੰ ਬਾਦਸ਼ਾਹ ਨੇ ਏਡੀ ਵੱਡੀ ਵਡਿਆਈ ਦਿੱਤੀ ਸੀ, ਮਹਿੰਗੇ ਸਰੂਪੇ ਦਿੱਤੇ ਸਨ, ਧਨ ਦਿੱਤਾ ਸੀ। 2 ਹੀ ਰਸਤੇ ਹੈ, ਵਾਪਸ ਪਰਤਣ ਦਾ ਜਾਂ ਸਨਮੁਖ ਹੋ ਕੇ ਜੂਝਣ ਦਾ। ਕੁਤਬ ਖਾਨ ਕਹਿਣ ਲੱਗਾ, ਇਸ ਸਮੇਂ 2 ਹੀ ਗੱਲਾਂ, ਜਾਂ ਤੇ ਸਾਹਮਣੇ ਜੰਗ ਲੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਬਣਾਓ ਜਾਂ ਉਹਨਾਂ ਦਾ ਸਰੀਰਕ ਨੁਕਸਾਨ ਕਰੋ, ਤੇ ਜਾਂ ਫਿਰ ਆਪ ਜੰਗ ਦੇ ਵਿੱਚ ਮਰ ਜਾਈਏ। ਹੋਰ ਕੋਈ ਮਸਲਕ, ਹੋਰ ਕੋਈ ਸਲਾਹ ਪ੍ਰਵਾਨ ਨਹੀਂ ਹੋ ਸਕਦੀ। ਇੱਥੋਂ ਤੱਕ ਆਪਾਂ ਕੱਲ ਇਹ ਪ੍ਰਸੰਗ ਸ਼੍ਰਵਣ ਕੀਤੇ ਸਨ। ਅੱਗੇ ਜਿਸ ਤਰੀਕੇ ਦੇ ਨਾਲ ਪਾਵਨ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਜੁੜੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁਤਬ ਖਾਨ ਸੁਨ ਕੀਨ ਬਖਾਨ। ਇਉਂ ਸੁਣ ਕਰਕੇ ਕਾਲੇ ਖਾਨ ਦੀ ਗੱਲ ਕੁਤਬ ਖਾਨ ਤੋਂ ਜਦੋਂ ਸਲਾਹ ਪੁੱਛੀ, ਕਾਲੇ ਖਾਨ ਨੇ ਅੱਗੋਂ ਕੁਤਬ ਖਾਨ ਨੇ ਜਵਾਬ ਦਿੱਤਾ ਹੈ, ਲੇਹੋ ਵਿਚਾਰ ਆਪ ਬੁੱਧਵਾਨ। ਕਹਿੰਦਾ ਤੁਸੀਂ ਆਪ ਹੀ ਵਿਚਾਰ ਕਰ ਲਓ, ਮੁਖੀ ਜਰਨੈਲ ਹੋ, ਸਮਝਦਾਰ ਹੋ, ਤੁਹਾਡੀ ਬੜੀ ਚੰਚਲ ਬੜੀ ਸਿਆਣੀ ਮਤ ਹੈ। ਕਹੋ ਗੁਰੂ ਕੈ ਲੀਜੈ ਮਾਰ। ਜਾਂ ਤੇ ਪਕੜ ਲਈਏ ਗੁਰੂ ਸਾਹਿਬ ਨੂੰ, ਜੰਗ ਦੇ ਵਿੱਚ ਬੰਦੀ ਬਣਾ ਲਈਏ, ਜਾਂ ਫਿਰ ਸਤਿਗੁਰਾਂ ਦਾ ਕੋਈ ਸਰੀਰਕ ਨੁਕਸਾਨ ਕਰੀਏ। ਇਸ ਬਿਨ ਮਸਲਤ ਅਪਰ ਨਾ ਸਾਰ। ਇਹਦੇ ਤੋਂ ਬਿਨਾਂ ਦੂਜੀ ਹੋਰ ਕੋਈ ਸਲਾਹ ਨਹੀਂ ਹੈ ਜੋ ਕਰਨ ਯੋਗ ਹੋਵੇ।
ਔਰ ਜਿਸ ਮੰਤਰਨਾ ਨੂੰ ਜਿਸ ਸਲਾਹ ਨੂੰ ਪ੍ਰਵਾਨ ਕੀਤਾ ਜਾ ਸਕਦਾ ਹੋਵੇ। ਲਰਬੇ ਬਿਨਾ ਉਪਾਏ ਨਾ ਔਰ, ਜੰਗ ਲੜਨ ਤੋਂ ਬਿਨਾਂ ਦੂਜਾ ਕੋਈ ਯਤਨ ਨਹੀਂ, ਦੂਜਾ ਕੋਈ ਉਪਾਅ ਨਹੀਂ ਹੈ ਆਪਣੇ ਪਾਸ। ਮਾਰਹੁ ਕੈ ਮਾਰੀ ਹੈ ਇਸ ਠੌਰ, ਜਾਨ ਤੇ ਮਾਰੀਏ ਗੁਰੂ ਹਰਗੋਬਿੰਦ ਸਾਹਿਬ ਨੂੰ ਸਨਮੁਖ ਹੋ ਕੇ। ਜਾਂ ਮਰ ਜਾਈਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਹੱਥੋਂ ਜੰਗ ਦੇ ਵਿੱਚ। ਇਹ ਦੋ ਹੀ ਗੱਲਾਂ ਹੈ, ਜਾਂ ਤੇ ਮਾਰ ਲੈਣਾ ਚਾਹੀਦਾ ਹੈ ਜਾਂ ਰਣ ਭੂਮੀ ਦੇ ਵਿੱਚ ਮਰ ਜਾਣਾ ਚਾਹੀਦਾ ਹੈ। ਸਭ ਲਸ਼ਕਰ ਕੋ ਕਰ ਇੱਕ ਥਾਏ, ਇਸ ਕਰਕੇ ਆਪਣੀ ਸਾਰੀ ਫੌਜ ਨੂੰ ਇਕੱਠੀ ਕਰ, ਹੁਣ ਇੱਕ ਜਗ੍ਹਾ ਤੇ ਜੋੜ ਲਾ। ਸਮੁਖ ਚਲਹਿ ਧੁੰਦਬ ਬਜਵਾਏ, ਸਾਹਮਣੇ ਚੱਲਾਂਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਗਾਰੇ ਵਜਾਉਂਦੇ ਹੋਏ। ਮਾਰੇ ਗਏ ਗਿਰੇ ਸੋ ਖੇਤ, ਜਿਹੜੇ ਮਾਰੇ ਗਏ ਆ ਰਣ ਦੇ ਵਿੱਚ, ਡਿੱਗੇ ਪਏ ਆ ਮ੍ਰਿਤਕ ਹੋ ਕਰਕੇ, ਜਿਨ੍ਹਾਂ ਦੇ ਸਰੀਰਾਂ ਵਿੱਚ ਸਵਾਸ ਨਹੀਂ ਰਹਿ ਗਏ ਹਨ। ਜੀਵਤ ਪਹੁੰਚੋ ਹੋ ਸੁਚੇਤ, ਉਹ ਤਾਂ ਮਾਰੇ ਗਏ ਰਣ ਭੂਮੀ ਦੇ ਵਿੱਚ। ਜਿਹੜੇ ਜੀਂਦੇ ਰਹਿ ਗਏ ਆ ਉਹ ਸਾਰੇ ਇੱਕ ਜਗ੍ਹਾ ਤੇ ਇਕੱਤਰ ਹੋਵੋ, ਇੱਥੇ ਜੰਗ ਵਾਲੀ ਥਾਂ ਤੇ। ਕਹਿ ਲਿਓ ਮਾਰ ਕੇ ਘੇਰੋ ਗਹੋ, ਜਾਂ ਤੇ ਮਾਰ ਲਵੋ ਸਾਰੇ ਜ਼ੋਰ ਲਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਾਈਂ। ਜਾਂ ਫਿਰ ਘੇਰ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਪਕੜ ਕੇ ਬੰਦੀ ਬਣਾ ਲੈਣਾ ਕਰੋ। ਇਸ ਕਾਰਜ ਮਹਿ ਬਿਲਮ ਨਾ ਲਹੋ, ਇਸ ਕੰਮ ਦੇ ਵਿੱਚ ਕੋਈ ਦੇਰ ਨਹੀਂ ਲਾਉਣੀ ਚਾਹੀਦੀ, ਕੋਈ ਸਮਾਂ ਨਹੀਂ ਲੱਗਣਾ ਚਾਹੀਦਾ। ਜਿੰਨੀ ਛੇਤੀ ਹੋ ਸਕੇ ਇਹ ਕਾਰਜ ਕਰ ਲੈਣਾ ਚਾਹੀਦਾ ਹੈ। ਸਵਾ ਜਾਮ ਨਿਸਤੇ ਰਣ ਲਰੇ, ਸਵਾ ਪਹਿਰ ਰਾਤ ਰਹਿੰਦਿਆਂ ਇਹ ਜੰਗ ਜਿਹੜੀ ਹੈ ਆਰੰਭ ਕੀਤੀ ਸੀ ਆਪਾਂ। ਬਾਸਰ ਡੇਢ ਜਾਮ ਅਬ ਚਰੇ, ਤੇ ਹੁਣ ਜਿਹੜਾ ਦਿਨ ਹੈ ਉਹ ਵੀ ਡੇਢ ਪਹਿਰ ਚੜ ਆਇਆ ਹੈ। ਭਏ ਥਕਤ ਸਭ ਹਯਨ ਸਮੇਤ, ਘੋੜਿਆਂ ਦੇ ਸਮੇਤ ਆਪਣੇ ਸਾਰੇ ਮਨੁੱਖ, ਸਾਰੇ ਸੈਨਿਕ ਸਭ ਥਕੇਵੇਂ ਦੇ ਗਰਸੇ ਹੋਏ ਆ, ਥੱਕ ਗਏ ਹਨ ਭਾਰੀ ਜੰਗ ਵਿੱਚ। ਅਬ ਕਰ ਹੇਲ ਜੀਤੀਐ ਖੇਤ, ਹੁਣ ਇੱਕ ਹੱਲਾ ਕਰੋ ਅਖੀਰੀ, ਸਾਰੇ ਇਕੱਠੇ ਹੋ ਕੇ ਤੇ ਰਣ ਭੂਮੀ ਦੇ ਵਿੱਚ ਆਪਣੀ ਜਿੱਤ ਪ੍ਰਾਪਤ ਕਰੋ। ਏਮ ਸੁਨ ਕੈ ਤਬ ਕਾਲੇ ਖਾਨਾ, ਇਸ ਤਰੀਕੇ ਦੇ ਨਾਲ ਜਦੋਂ ਸਲਾਹ ਸੁਣੀ ਕੁਤਬ ਖਾਨ ਦੇ ਕਾਲੇ ਖਾਨ ਨੇ, ਵਜਹ ਜੁਝਾਊ ਹੁਕਮ ਬਖਾਨਾ, ਉਸ ਸਮੇਂ ਹੁਕਮ ਦੇ ਦਿੱਤਾ ਆਪਣੇ ਸੈਨਿਕਾਂ ਨੂੰ ਕਿ ਜਿਹੜੇ ਜੁਝਾਊ ਬਾਜੇ ਹੈ ਨਾ ਰਣ ਦੇ ਵਿੱਚ ਹੱਲਾ ਕਰਨ ਦੇ ਪ੍ਰਤੀਕ, ਸਾਰਾ ਜ਼ੋਰ ਲਾ ਕੇ ਹਮਲਾ ਕਰਨ ਦੇ ਪ੍ਰਤੀਕ, ਜਿਹੜੇ ਨਗਾਰਿਆਂ ਦੀ ਜਿਹੜੀ ਚੋਭ ਹੈ ਉਹ ਨਗਾਰਿਆਂ ਦੇ ਉੱਪਰ ਇਸ ਸਮੇਂ ਪਾ ਦਿੱਤੀ ਜਾਵੇ। ਨਰ ਪਠ ਸਭ ਭਟ ਲੀਏ ਬਟੋਰ, ਔਰ ਆਪਣਾ ਇੱਕ ਮਨੁੱਖ ਭੇਜ ਕਰਕੇ, ਕਈ ਮਨੁੱਖ ਭੇਜ ਕਰਕੇ ਸਾਰੇ ਸੂਰਮੇ ਇੱਕ ਜਗ੍ਹਾ ਤੇ ਇਕੱਤਰ ਕਰ ਲਏ ਹਨ। ਬੰਦਿਓ ਟੋਲ ਭਨਿਓ ਤਿਨ ਔਰ, ਇੱਕ ਜਥੇ ਦੇ ਰੂਪ ਵਿੱਚ ਇਕੱਠੇ ਕਰਕੇ ਸਾਰਿਆਂ ਨੂੰ, ਉਹਨਾਂ ਦੇ ਤਾਈਂ ਫਿਰ ਕਾਲੇ ਖਾਨ ਨੇ ਆਖਿਆ, ਜੋ ਅਬ ਪ੍ਰਾਨਨ ਪਿਆਰੇ ਕਰੈ, ਕਹਿਣ ਲੱਗਾ ਜਿਹੜਾ ਹੁਣ ਆਪਣੇ ਸਵਾਸਾਂ ਨੂੰ ਪਿਆਰੇ ਕਰਦਾ ਹੈ, ਪਿਆਰ ਕਰਦਾ ਹੈ, ਜਿਹਨੂੰ ਸਵਾਸ ਚੰਗੇ ਲੱਗਦੇ ਆ, ਜਿਹਨੂੰ ਆਪਣੀ ਜ਼ਿੰਦਗੀ ਦੇ ਨਾਲ ਮੋਹ ਹੋਵੇ। ਸੁਨ ਬਨਿਤਾ ਸੁਤ ਬਨਿਤਾ ਕਰ ਪ੍ਰੀਤੀ ਧਰੈ, ਜਿਹੜਾ ਪ੍ਰੇਮ ਧਾਰਦਾ ਹੈ ਆਪਣੇ ਸੁੱਤ ਪੁੱਤਰ ਦੇ ਵਿੱਚ, ਬਣਤਾ ਘਰ ਵਾਲੀ ਦੇ ਵਿੱਚ, ਘਰ ਦੇ ਵਿੱਚ ਜਿਹਦਾ ਪ੍ਰੇਮ ਹੈ, ਜਿਨ੍ਹਾਂ ਨੂੰ ਇਹ ਚੀਜ਼ਾਂ ਭਾਉਂਦੀਆਂ ਹਨ, ਸੋ ਹਟ ਜਾਹੋ ਸ਼ਸਤਰ ਕੋ ਤਿਆਗੋ, ਉਹ ਸ਼ਸਤਰਾਂ ਨੂੰ ਤਿਆਗ ਦੇਵੋ। ਹੁਣ ਰਣ ਭੂਮੀ ਦੇ ਵਿੱਚ ਇੱਥੇ ਮੇਰੇ ਸਾਹਮਣੇ ਜਿਹੜਾ ਜ਼ਿੰਦਗੀ ਬਚਾਉਣਾ ਚਾਹੁੰਦਾ ਹੈ ਉਸ ਸ਼ਸਤਰਾਂ ਨੂੰ ਤਿਆਗ ਕੇ ਇੱਥੋਂ ਚਲਿਆ ਜਾਵੇ, ਆਪਣੀ ਜ਼ਿੰਦਗੀ ਨੂੰ ਬਚਾ ਸਕਦਾ ਹੈ। ਅਪਰ ਜੀਵਕਾ ਕਰਬੇ ਲੱਗੋ, ਤੇ ਹੋਰ ਕੋਈ ਜੀਵਕਾ ਰੋਜੀ ਰੋਟੀ ਦਾ ਸਾਧਨ ਜਾ ਕਰਕੇ ਸੰਸਾਰ ਦੇ ਵਿੱਚ ਕਰਨ ਲੱਗ ਜਾਵੋ। ਜਿਸਨੇ ਕਰਨ ਹੋਏ ਵੱਡ ਜੰਗ, ਜਿਸਨੇ ਹੁਣ ਇਹ ਭਾਰੀ ਜੰਗ ਸਾਡੇ ਨਾਲ ਮਿਲ ਕਰਕੇ ਲੜਨਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ, ਸੋ ਬਨ ਸੁਭਟ ਚਲਾਓ ਹਮ ਸੰਗ, ਉਹ ਸੂਰਮਾ ਬਣੇ, ਉਹ ਯੋਧਾ ਬਣੇ ਔਰ ਸੂਰਮਿਆਂ ਵਾਲੇ ਗੁਣ ਧਾਰ ਕੇ ਉਹ ਸਾਡੇ ਨਾਲ ਚੱਲ ਪਵੇ। ਸਾਰਾ ਮੋਹ ਤਿਆਗ ਕੇ ਸਵਾਸ ਨਾ ਪਿਆਰੇ ਕਰੇ, ਘਰ ਦੇ ਵਿੱਚ, ਘਰ ਵਾਲੀ ਦੇ ਵਿੱਚ, ਪੁੱਤਰਾਂ ਦੇ ਵਿੱਚ ਧਿਆਨ ਨਾ ਰੱਖੇ, ਆਪਣੀ ਔਲਾਦ ਦੇ ਵਿੱਚ ਧਿਆਨ ਨਾ ਰੱਖੇ।
ਇਸ ਭਾਰੀ ਜੰਗ ਦੇ ਵਿੱਚ ਮਨ ਲਾਵੇ ਹੁਣ ਆਪਣਾ, ਬਾਕੀ ਸਾਰੇ ਧਿਆਨ ਵਿਸਾਰ ਦੇਵੇ। ਜੀਤ ਲੇਹੋ ਧਨ ਗਨ ਕੋ ਪਾਵਹੋ। ਜੇ ਤੁਸੀਂ ਜਿੱਤ ਲਿਆ, ਮਨ ਲਾ ਕੇ ਇਹ ਜੰਗ ਲੜਿਆ ਪੂਰੇ ਤਾਣ ਦੇ ਨਾਲ, ਤੇ ਮੈਂ ਵਾਅਦਾ ਕਰਦਾ ਵੀ ਵਾਧੂ ਧਨ ਤੁਹਾਨੂੰ ਪ੍ਰਾਪਤ ਹੋਊਗਾ, ਬੇਸ਼ੁਮਾਰ ਧਨ ਦੀ ਪ੍ਰਾਪਤੀ ਹੋਵੇਗੀ। ਭੋਗਹੁ ਸੁਖ ਜਸ, ਭੋਗਹੁ ਸੁਖ ਜਗ ਜਸ ਸੋ ਵਡਾਵਹੋ। ਸੁਖ ਭੋਗੋਗੇ ਸੰਸਾਰ ਦੇ ਵਿੱਚ, ਮਰ ਗਏ ਤੇ ਭਿਸ਼ਟ ਕਹਿੰਦੇ ਆ ਮੁਸਲਮਾਨ ਸਵਰਗਾਂ ਨੂੰ, ਦੋਜਕ ਕਹਿੰਦੇ ਆ ਨਰਕਾਂ ਨੂੰ। ਕਹਿੰਦੇ ਭਿਸ਼ਟ ਦੇ ਵਿੱਚ ਭਾਵ ਸਵਰਗਾਂ ਦੇ ਵਿੱਚ ਜਾ ਕੇ ਪ੍ਰਾਪਤੀ ਹੋਊਗੀ ਜੇ ਇਸ ਜੰਗ ਦੇ ਵਿੱਚ ਤੁਸੀਂ ਪ੍ਰਾਣ ਤਿਆਗ ਦਿੱਤੇ, ਮਾਰੇ ਗਏ। ਦੋਹ ਲੋਕਨ ਮਹਿ ਸੁਖ ਨਿਰਧਾਰਹੁ। ਦੋਵਾਂ ਲੋਕਾਂ ਦੇ ਵਿੱਚ ਸੁਖ ਪ੍ਰਾਪਤ ਹੋਏਗਾ, ਨਿਰਣਾ ਪ੍ਰਾਪਤ ਕਰ ਲਓ ਜੇ ਜਿਉਂਦੇ ਰਹੇ। ਜਿੱਤੇ ਇਸ ਲੋਕ ਦੇ ਸਾਰੇ ਸੁਖ, ਇਹ ਜੰਗ ਲੜਿਆ, ਜੇ ਇਹ ਜੰਗ ਲੜਿਆ ਮਰ ਗਏ, ਮਾਰੇ ਗਏ, ਨਾ ਜਿੱਤ ਸਕੇ, ਫਿਰ ਤੁਹਾਨੂੰ ਸਵਰਗ ਦੇ ਸੁਖ ਪ੍ਰਾਪਤ ਹੋ ਜਾਣਗੇ। ਡਰਹਿ ਸੋ ਮਰਬੇ ਸੋ ਹਟ ਰਹਿ। ਪਰ ਜਿਹੜਾ ਡਰਦਾ ਹੈ ਨਾ ਮਰਨ ਤੋਂ, ਉਹ ਇਸ ਜੰਗ ਦੇ ਵਿੱਚੋਂ ਹੁਣ ਪਿੱਛੇ ਹਟ ਜਾਵੇ। ਮਿਹਨਤ ਕਰਹਿ ਮਜੂਰੀ ਲਹੈ। ਉਹ ਜਾ ਕੇ ਹੋਰ ਕੰਮ ਕਾਜ ਮਿਹਨਤ ਦਾ ਕਰੇ, ਮਜ਼ਦੂਰੀ ਪ੍ਰਾਪਤ ਕਰਕੇ ਆਪਣਾ ਨਿਰਵਾਹ ਕਰ ਸਕਦਾ ਹੈ, ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਮੁਗਲ ਪਠਾਨ ਕੇ ਸੈਯਦ ਨੰਦ। ਪਰ ਤੁਹਾਡੇ ਵਿੱਚੋਂ ਕੋਈ ਮੁਗਲਾਂ ਦਾ ਪੁੱਤਰ ਹੈ, ਕੋਈ ਪਠਾਣਾ ਦਾ ਪੁੱਤ ਹੈ, ਕੋਈ ਸੈਯਦ ਜਾਤੀ ਦੇ ਨਾਲ ਸੰਬੰਧ ਰੱਖਦਾ ਤੁਹਾਡੇ ਵਿੱਚੋਂ। ਤੁਮ ਸਭ ਹਿਨ ਕੇ ਬੰਸ ਬਿਲੰਦ। ਤੁਹਾਡੇ ਸਾਰਿਆਂ ਦੇ ਬੰਸ ਵੱਡੇ ਐ, ਉੱਚੇ ਸੁੱਚੇ ਐ, ਤੁਹਾਡੇ ਬੰਸ ਅਣਖੀ ਹਨ, ਆਬਰੂ ਵਾਲੇ ਐ। ਸ਼ਾਹ ਚਾਕਰੀ ਕਰਤ ਹਮੇਸ਼। ਹਮੇਸ਼ਾ ਤੋਂ ਤੁਸੀਂ ਪੀੜ੍ਹੀ ਦਰ ਪੀੜ੍ਹੀ ਬਾਦਸ਼ਾਹ ਦੀ ਚਾਕਰੀ ਕਰਦੇ ਆਏ ਹੋ। ਰਹੇ ਭੋਗ ਤੇ ਆਨੰਦ ਵਿਸ਼ੇਸ਼। ਔਰ ਪਰ ਵਿਸ਼ੇਸ਼ ਸਾਰੇ ਸੁਖ ਤੁਹਾਨੂੰ ਬਾਦਸ਼ਾਹ ਦੇ ਦਰਬਾਰ ਦੇ ਵਿੱਚੋਂ ਪ੍ਰਾਪਤ ਹੋਏ ਆ, ਤੁਸੀਂ ਸਾਰੇ ਸੁਖ ਰਸ ਮਾਣੇ ਹਨ। ਅਬ ਇਹ ਹਜ਼ਰਤ ਕੋ ਲਖ ਕਾਜ। ਹੁਣ ਜਿਹੜਾ ਇਹ ਕਾਰਜ ਹੈ ਜੰਗ ਦਾ, ਇਹ ਸਮਝ ਲਵੋ ਵੀ ਹਜ਼ਰਤ ਬਾਦਸ਼ਾਹ ਸ਼ਾਹਜਹਾਂ ਦਾ ਹੈ। ਇਹ ਸ਼ਾਹਜਹਾਂ ਬਾਦਸ਼ਾਹ ਦਾ ਕਾਰਜ ਵੇਖ ਕਰਕੇ ਦੁਤੀਏ ਕਰਹੁ ਬੰਸ ਕੀ ਲਾਜ। ਔਰ ਦੂਜਾ ਆਪਣੇ ਵੰਸ਼ ਦੀ ਲਾਜ ਪਛਾਣ ਲਵੋ ਵੀ ਜੇ ਹਟ ਗਏ ਤੇ ਵੰਸ਼ ਦੀ ਇੱਜ਼ਤ ਨਹੀਂ ਰਹਿਣੀ, ਲਾਜ ਨਹੀਂ ਰਹਿਣੀ, ਪਤ ਨਹੀਂ ਰਹਿਣੀ। ਕਰ ਉਤਸਾਹੋ ਪਰਹੁ ਇੱਕ ਬਾਰ। ਇਸ ਕਰਕੇ ਮੇਰੀ ਇਹ ਮੰਤਰਨਾ ਹੈ ਕਿ ਤੁਸੀਂ ਸਾਰੇ ਉਤਸ਼ਾਹ ਚਾਹ ਧਾਰੋ ਇਸ ਜੰਗ ਦੇ ਵਿੱਚ, ਔਰ ਚਾਹ ਦੇ ਨਾਲ ਸਾਰੇ ਬਲ ਆਪਣਾ ਇਕੱਠਾ ਕਰਕੇ ਇੱਕ ਵਾਰ ਇਸ ਜੰਗ ਦੇ ਵਿੱਚ ਪੈ ਜਾਵੋ। ਕਹੋ ਕੇ ਗੁਰ ਕਹੋ ਲੀਜਹ ਮਾਰੀ। ਜਾਂ ਤੇ ਆਪਣੇ ਜ਼ੋਰ ਦੇ ਨਾਲ ਪਕੜ ਲਵੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਾਈ, ਤੇ ਜਾਂ ਫਿਰ ਜੰਗ ਦੇ ਵਿੱਚ ਸੰਘਾਰ ਕਰ ਦਈਏ ਗੁਰੂ ਹਰਗੋਬਿੰਦ ਸਾਹਿਬ ਦਾ। ਸੁਣ ਜੋਧ ਹੋਇ ਕੈ ਸਵਧਾਨ। ਇਉਂ ਸੁਣ ਕਰਕੇ ਜਿਹੜੇ ਇਹਨਾਂ ਦੇ ਸੂਰਮੇ ਸੀ ਇਹ ਸਾਰੇ ਸਾਵਧਾਨ ਹੋ ਗਏ, ਸੁਚੇਤ ਹੋ ਗਏ। ਕਹਿਓ ਦੇਖੀਏ ਅਬ ਕਮਸਾਨ। ਕਹਿਣ ਲੱਗੇ ਕਾਲੇ ਖਾਨ ਦੇ ਤਾਈ, ਹੁਣ ਵੇਖਿਓ ਸਾਡਾ ਕਮਸਾਨ ਦਾ ਜੰਗ, ਅਸੀਂ ਕਿਸ ਤਰੀਕੇ ਨਾਲ ਜੰਗ ਮਚਾਉਣੇ ਹਾਂ। ਰਣ ਮਰ ਰਹਿ ਕੇ ਮਾਰਹਿ ਦੌਰ। ਜਾਂ ਤਾਂ ਅਸੀਂ ਰਣ ਭੂਮੀ ਦੇ ਵਿੱਚ ਮਰ ਜਾਵਾਂਗੇ, ਤੇ ਜਾਂ ਅਸੀਂ ਦੌੜ ਦੌੜ ਕੇ ਦੁਸ਼ਮਣਾਂ ਦੇ ਤਾਈ ਮਾਰਾਂਗੇ ਰਣ ਭੂਮੀ ਦੇ ਵਿੱਚ। ਕਹਿ ਗਹਿ ਆਨੈ ਗੁਰ ਇਸ ਠੌਰ। ਜਾਂ ਫਿਰ ਗੁਰੂ ਸਾਹਿਬ ਜੀ ਨੂੰ ਪਕੜ ਕਰਕੇ ਇਸ ਥਾਂ ਤੇ ਅਸੀਂ ਲੈ ਆਵਾਂਗੇ ਬੰਦੇ ਬਣਾ ਕਰਕੇ। ਇਮ ਲਸ਼ਕਰ ਕਰ ਉਤ ਉਤਸਾਹੂ। ਇਸ ਤਰੀਕੇ ਦੇ ਨਾਲ ਇੱਧਰ ਸਾਰੇ ਲਸ਼ਕਰ ਨੇ, ਮੁਗਲਾਂ ਦੇ ਨੇ, ਕਾਲੇ ਖਾਨ ਦੀ ਅਗਵਾਈ ਦੇ ਵਿੱਚ ਉਤਸ਼ਾਹ ਪੈਦਾ ਕੀਤਾ, ਆਪਦੇ ਆਪ ਦੇ ਵਿੱਚ ਚਾਅ ਬਣਾਇਆ ਹੈ, ਹੌਸਲੇ ਬੁਲੰਦ ਕੀਤੇ ਹਨ ਆਪਦੇ। ਪ੍ਰੇਰੇ ਕਾਲ ਮਰਨ ਰਣ ਮਾਹੂ। ਇਹਨਾਂ ਨੂੰ ਪ੍ਰੇਰਿਆ ਹੈ ਕਾਲ ਨੇ ਰਣ ਭੂਮੀ ਦੇ ਵਿੱਚ ਜਾ ਕੇ ਆਪਣੀ ਮੌਤ ਚੁਣਨ ਦੇ ਲਈ, ਮਰਨ ਦੇ ਵਾਸਤੇ ਇਕੱਠੇ ਹੋ ਗਏ। ਇਹਨਾਂ ਨੇ ਉਦਮ ਕਰ ਲਿਆ। ਸਭ ਉਮਰਾਵਨ ਕੇਰ ਸਮੇਤ। ਸਭ ਆਪਣੇ ਜਰਨੈਲਾਂ ਦੇ ਸਮੇਤ ਇਹ ਜਿੰਨੇ ਤੁਰਕ ਸੂਰਮੇ ਸੀ। ਉਮਟੇ ਅਗਰ ਬੀਚ ਵੱਡ ਖੇਤ। ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਸਾਹਮਣੇ ਆਣ ਖਲੋਤੇ,
ਸਾਰੇ ਦੇ ਸਾਰੇ ਜੰਗ ਭੂਮੀ ਦੇ ਵਿੱਚ ਡਟ ਗਏ। ਹੇਲਾ ਕਰਬੇ ਮਸਲਤ ਕਰੀ, ਕਿਉਂ ਇਹਨਾਂ ਨੇ ਹੱਲਾ ਕਰਨ ਦੀ, ਇੱਕ ਜ਼ੋਰਦਾਰ ਹਮਲਾ ਕਰਨ ਦੀ ਸਲਾਹ ਬਣਾ ਲਈ। ਸਤਿਗੁਰ ਜਾਣਿਓ ਪਹੁੰਚੇ ਅਰੀ, ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਉਮੜਿਆਂ ਨੂੰ ਵੇਖ ਕੇ, ਚੜਿਆਂ ਨੂੰ ਵੇਖ ਕੇ ਅੰਦਾਜ਼ਾ ਲਾ ਲਿਆ ਕਿ ਜਿਹੜੇ ਸਾਰੇ ਦੇ ਸਾਰੇ ਪਠਾਨ ਹੈ, ਇਹਨਾਂ ਨੇ ਜੰਗ ਦੇ ਵਿੱਚ ਅੜਨ ਦੀ ਧਾਰ ਲਈ ਹੈ। ਇਹ ਜੰਗ ਛੱਡ ਕੇ ਵਾਪਸ ਨਹੀਂ ਮੁੜਨਗੇ। ਹੁਣ ਤੀਰਨ ਸੰਗ ਨਿਖੰਗ ਭਰਿਓ ਹੈ, ਆਪਣੇ ਭੱਥੇ ਦੇ ਤਾਈਂ ਤਿੱਖੇ ਤੀਰਾਂ ਦੇ ਨਾਲ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਰ ਲਿਆ ਉਸ ਸਮੇਂ। ਸਾਵਧਾਨ ਦਲ ਆਪਨ ਕਰਿਓ ਹੈ, ਔਰ ਆਪਣੇ ਸਾਰੇ ਦਲ ਦੇ ਤਾਈਂ ਗਰੀਬ ਨਵਾਜ ਨੇ ਸਿੱਖ ਸੂਰਮਿਆਂ ਦੇ ਤਾਈਂ ਸਾਵਧਾਨ ਕਰ ਲਿਆ, ਸੁਚੇਤ ਕਰ ਲਿਆ। ਪ੍ਰਥਮ ਹਤਿਓ ਲਸ਼ਕਰ ਅਰ ਘਨੋ, ਗਰੀਬ ਨਵਾਜ ਨੇ ਵਚਨ ਕੀਤਾ, ਆਪਾਂ ਪਹਿਲੋਂ ਵੱਡੇ ਭਾਰੀ ਗਿਣਤੀ ਦੇ ਵਿੱਚ ਇਹਨਾਂ ਮੁਗਲਾਂ ਦਾ ਜਿਹੜਾ ਲਸ਼ਕਰ ਹੈ, ਜੋ ਫੌਜ ਹੈ, ਉਹ ਰਣ ਭੂਮੀ ਦੇ ਵਿੱਚ ਮਾਰ ਲਈ ਹੈ, ਉਸ ਦਾ ਵਿਨਾਸ਼ ਕੀਤਾ। ਬਚਿਓ ਹੇਲ ਇੱਕ ਤੇ ਅਬ ਹਨੋ, ਜਿਹੜਾ ਬਚ ਗਿਆ ਹੈ ਬਾਕੀ ਤੁਰਕਾਂ ਦਾ ਦਲ, ਇਹ ਫੌਜ, ਇਸ ਬਚੇ ਹੋਏ ਤੇ ਇੱਕ ਹਮਲਾ ਕਰੋ ਹੁਣ, ਜ਼ੋਰਦਾਰ ਹਮਲਾ ਕਰਕੇ ਇਸ ਨੂੰ ਵੀ ਵਿਨਾਸ਼ ਕਰ ਦਈਏ, ਮਿਟਾ ਦਈਏ। ਮਰਹਿ ਸੁਰਗ ਮਹਿ ਪਹੁੰਚਹਿ ਜਾਏ, ਜਿਹੜਾ ਸਿੱਖ ਸੂਰਮਾ ਸ਼ਹੀਦ ਹੋਏਗਾ, ਸਾਡਾ ਬਚਨ ਹੋਇਆ, ਸ਼ਹੀਦ ਹੋਣ ਤੋਂ ਬਾਅਦ ਸਵਰਗਾਂ ਦੇ ਵਿੱਚ ਜਾ ਕਰਕੇ ਸੁਖ ਭੋਗੇਗਾ। ਜੀਵਤ ਸੁਖ ਭੋਗਹਿ ਤਨ ਪਾਏ, ਤੇ ਜੇ ਜਿਉਂਦਾ ਰਹੇਗਾ ਜੰਗ ਦੇ ਵਿੱਚ, ਜਿਹੜਾ ਸਿੱਖ ਸੂਰਮਾ ਬਚ ਜਾਏਗਾ, ਉਹਨੂੰ ਸਾਰੇ ਸਰੀਰਕ ਸੁੱਖ ਇੱਥੇ ਪ੍ਰਾਪਤ ਹੋਣਗੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ। ਏਮ ਕਹਿ ਇੱਕ ਥਲ ਸਭਨ ਬਟੋਰੇ, ਇਉਂ ਇਸ ਤਰੀਕੇ ਨਾਲ ਗਰੀਬ ਨਵਾਜ ਨੇ ਬਚਨ ਕਰਕੇ ਸਾਰੇ ਸਿੱਖ ਸੂਰਮਿਆਂ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ। ਕਰੇ ਸੁਚੇਤ ਰਿਪਨ ਕੀ ਓਰੇ, ਔਰ ਸਾਵਧਾਨ ਕਰ ਲਿਆ ਹੈ ਸਾਰੇ ਸਿੱਖ ਸੂਰਮਿਆਂ ਨੂੰ ਵੈਰੀਆਂ ਵਾਲੇ ਪਾਸੇ ਨੂੰ। ਕਹਿ ਕਰ ਸਭ ਦੁੰਦਬ ਬਜਵਾਏ, ਕਹਿ ਕਰਕੇ ਸਾਰਿਆਂ ਦੇ ਤਾਈਂ ਗਰੀਬ ਨਵਾਜ ਗੁਰੂ ਸੱਚੇ ਪਾਤਸ਼ਾਹ ਨੇ ਸਾਵਧਾਨ ਕਰਕੇ ਜਿਹੜੇ ਨਗਾਰੇ ਐ ਚੜ੍ਹਾਈ ਦੀ, ਜਿਹੜੇ ਹਮਲਾ ਕਰਨ ਦੀਆਂ ਪ੍ਰਤੀਕ ਚੋਭਾਂ, ਉਹ ਨਗਾਰਿਆਂ ਦੇ ਉੱਪਰ ਲਗਵਾ ਦਿੱਤੀਆਂ। ਭਏ ਸਕਲ ਤੁਰਕਨ ਸਮੁਹਾਏ, ਇਸ ਤਰੀਕੇ ਨਾਲ ਸਾਰੇ ਸਿੱਖ ਸੂਰਮੇ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ ਤੁਰਕਾਂ ਦੇ ਸਾਹਮਣੇ ਜੰਗ ਦੇ ਵਿੱਚ ਖਲੋ ਗਏ ਹਨ ਜੀ। ਦੋਹਰਾ ਵਿਧੀ ਚੰਦ ਸੋ ਗੁਰ ਕਹਿਓ, ਲੇਹੋ ਸੰਗ ਅਸਵਾਰ। ਉਸ ਸਮੇਂ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਤਾਈਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਤੁਸੀਂ ਆਪਣੇ ਨਾਲ ਘੋੜ ਸਵਾਰ ਜਿਹੜੇ ਸਿੱਖ ਸੂਰਮੇ ਆ, ਉਹਨਾਂ ਦੇ ਤਾਈਂ ਲੈ ਲਵੋ। ਪਰਹੋ ਬਰੋਬਰ ਤੇ ਅਬ ਹੈ ਲੀਜੈ ਤੁਰਕ ਸੰਘਾਰ, ਇਧਰੋਂ ਬਰਾਬਰ ਦਾ ਹਮਲਾ ਕਰਨਾ ਤੁਰਕਾਂ ਦੇ ਉੱਪਰ, ਔਰ ਜ਼ੋਰਦਾਰ ਹੱਲਾ ਕਰਕੇ ਰਣ ਭੂਮੀ ਦੇ ਵਿੱਚ ਮਾਰ ਲਵੋ, ਵਿਨਾਸ਼ ਕਰ ਦਿਓ ਹੁਣ ਇਹਨਾਂ ਤੁਰਕਾਂ ਦਾ। ਰਸਾਵਲ ਛੰਦ ਕਰੇ ਸਾਵਧਾਨਾ, ਸਭੈ ਮੇਲ ਠਾਨਾ। ਇਉਂ ਸਾਰੇ ਸਿੱਖਾਂ ਨੂੰ ਇਕੱਤਰ ਕਰਕੇ ਸਾਵਧਾਨ ਸੁਚੇਤ ਕਰ ਦਿੱਤਾ, ਤਿਆਰ ਬਰ ਤਿਆਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ। ਕਿਤੇ ਮਾਹ ਆਏ ਮਹਾ ਸ਼ੋਰ ਪਾਏ, ਇੰਨੇ ਚਿਰ ਤੱਕ ਜਿਹੜੇ ਤੁਰਕ ਸੀ ਇਹ ਵੀ ਆਣ ਪਹੁੰਚੇ ਸਿੱਖ ਸੂਰਮਿਆਂ ਦੇ ਉੱਪਰ ਹਮਲਾ ਕਰਨ ਦੇ ਲਈ। ਬੜਾ ਭਾਰੀ ਸ਼ੋਰ ਰੌਲਾ ਇਹਨਾਂ ਨੇ ਮਚਾਇਆ ਹੋਇਆ ਜੀ। ਤਫੰਗਾਨ ਚੋਰੀ ਚਲੀ ਬ੍ਰਿੰਦ ਗੋਰੀ, ਬਹੁਤ ਬੰਦੂਕਾਂ ਚੱਲੀਆਂ ਰਣ ਭੂਮੀ ਦੇ ਵਿੱਚ, ਬੇਅੰਤ ਗੋਲੀਆਂ ਨਿਕਲ ਕੇ ਸੂਰਮਿਆਂ ਦੇ ਸਰੀਰਾਂ ਵਿੱਚ ਪ੍ਰਵੇਸ਼ ਕਰ ਗਈਆਂ। ਬੜੋ ਹੇਲ ਘਾਲਾ ਬਮੈ ਪੁੰਜ ਜਵਾਲਾ, ਬੜਾ ਭਾਰੀ ਹੱਲਾ ਕੀਤਾ ਸਿੱਖ ਸੂਰਮਿਆਂ ਨੇ ਤੇ ਮੁਗਲਾਂ ਨੇ ਆਪਸਰੀ ਦੇ ਵਿੱਚ, ਔਰ ਬਹੁਤ ਭਾਰੀ ਅੱਗ ਦੋਵਾਂ ਪਾਸਿਆਂ ਤੋਂ ਬੰਦੂਕਾਂ ਦੇ ਵਿੱਚੋਂ ਪ੍ਰਗਟ ਹੋ ਰਹੀ ਹੈ, ਨਿਕਲ ਰਹੀ ਹੈ। ਮਨ ਮੇਘ ਆਉਣਾ ਉਡਾਇਓ ਸੋ ਪਾਉਣਾ, ਕਹਿੰਦੇ ਮੰਨ ਲਓ ਜਿਵੇਂ ਬੱਦਲ ਆਏ ਹੁਣ ਉੱਡੇ ਹੋਏ, ਹਵਾ ਦੇ ਪ੍ਰੇਰੇ ਹੋਏ, ਇਸ ਤਰੀਕੇ ਦੇ ਨਾਲ ਦੋਵੇਂ ਜਿਹੜੀਆਂ ਫੌਜਾਂ ਇੱਕ ਦੂਜੇ ਦੇ ਉੱਪਰ ਆਣ ਕਰਕੇ ਪੈ ਗਈਆਂ ਜੀ। ਬਰੂਦੰ ਪ੍ਰਕਾਸ਼ੈ ਛਟਾ ਜੈਸ ਭਾਸੈ, ਜਿਹੜਾ ਬੰਦੂਕਾਂ ਦੇ ਚੱਲਣ ਦੇ ਨਾਲ ਬੰਦੂਕ ਦੇ ਵਿੱਚੋਂ ਚੰਗਿਆਰੀਆਂ ਪ੍ਰਗਟ ਹੁੰਦੀਆਂ, ਬਰੂਦ ਦੇ ਵਿੱਚੋਂ ਪ੍ਰਕਾਸ਼ ਹੁੰਦਾ, ਉਹ ਇਉਂ ਲੱਗਦਾ ਜਿਵੇਂ ਬੱਦਲ ਦੇ ਵਿੱਚੋਂ ਬਿਜਲੀ ਲਿਸ਼ਕਦੀ ਹੋਵੇ। ਕੜੰਕਾਰ ਉੱਠੈ ਮਨੋ ਜ਼ੋਰ ਉੱਠੈ, ਜੋ ਕੜਾਕੇ ਉੱਠਦੇ ਹਨ, ਕੜਕੜ ਦੀ ਆਵਾਜ਼ ਹੁੰਦੀ ਹੈ ਜੰਗ ਭੂਮੀ ਦੇ ਵਿੱਚ। ਕਹਿੰਦੇ ਮੰਨ ਲਓ ਜਿਵੇਂ ਜ਼ੋਰ ਦੇ ਨਾਲ ਵਰਖਾ ਹੋਣ ਦੀ, ਜਦੋਂ ਕਣੀਆਂ ਪੈਂਦੀਆਂ ਸੁੱਕੀ ਧਰਤੀ ਦੇ ਉੱਪਰ ਇੱਕਦਮ ਜ਼ੋਰ ਦੇ ਨਾਲ,
ਐਸੀ ਆਵਾਜ਼ ਗੋਲੀਆਂ ਦੇ ਚੱਲਣ ਦੀ ਰਣ ਭੂਮੀ ਦੇ ਵਿੱਚ ਉੱਠ ਰਹੀ ਹੈ ਜੀ। ਕ੍ਰਿਖੀ ਵੀਰ ਕੁੱਠੇ ਪਰੇ ਭੂਮ ਲੁੱਠੇ। ਔਰ ਖੇਤੀ ਜੋ ਹੈ ਉਹ ਸੂਰਮਿਆਂ ਦੀ ਹੈ। ਸੂਰਮਿਆਂ ਰੂਪ ਖੇਤੀ ਨੂੰ ਇਹਨਾਂ ਗੋਲੀਆਂ ਰੂਪ ਬਾਰਿਸ਼ ਨੇ ਵਲੇਟ ਵਲੇਟ ਕੇ ਧਰਤੀ ਦੇ ਉੱਪਰ ਸਿੱਟ ਦਿੱਤਾ ਹੈ। ਐਸੀ ਮਾਰ ਮਚਾਈ ਪਰੀ ਮਾਰ ਗੋਰੀ ਕਸੈ ਪੁੰਜ ਛੋਰੀ। ਐਸੀ ਮਾਰ ਪਈ ਹੈ ਗੋਲੀਆਂ ਦੀ ਸੂਰਮਿਆਂ ਦੇ ਉੱਪਰ, ਫਿਰ ਕਸ ਕਸ ਕੇ ਬੰਦੂਕਾਂ ਦੇ ਤਾਈ ਛੱਡਦੇ ਹਨ। ਤਵਾਵੈ ਤੁਰੰਗੰ ਚਲਾਵੈ ਤੁਫੰਗੰ। ਘੋੜਿਆਂ ਦੇ ਤਾਈ ਦੌੜਾ ਦੌੜਾ ਕਰਕੇ ਸਿੱਖ ਸੂਰਮੇ ਨਿਸ਼ਾਨਾ ਬਣਾ ਕੇ ਤੁਰਕਾਂ ਦੇ ਉੱਪਰ ਬੰਦੂਕਾਂ ਦਾ ਵਾਰ ਕਰਦੇ ਆ ਜੀ। ਭਇਓ ਸੂਰ ਮੇਲਾ ਮਨੋ ਫਾਗ ਖੇਲਾ। ਐਸਾ ਮਿਲਾਪ ਹੋਇਆ ਰਣ ਭੂਮੀ ਦੇ ਵਿੱਚ, ਜੰਗ ਦੇ ਵਿੱਚ ਸੂਰਮਿਆਂ ਦਾ। ਮੰਨ ਲਓ ਜਿਸ ਤਰੀਕੇ ਦੇ ਨਾਲ ਦੋ ਦਲ ਆਪਸਰੀ ਦੇ ਵਿੱਚ ਹੋਲੀ ਖੇਡ ਰਹੇ ਹੋਣ। ਪਤੰਗੀ ਸੁਰੰਗਾ ਭਏ ਸ਼੍ਰੋਣ ਸੰਗਾ। ਔਰ ਇਸ ਤਰੀਕੇ ਦੇ ਨਾਲ ਜਿਹੜੇ ਕੱਪੜੇ ਐ ਉਹ ਭਿੱਜ ਗਏ ਆ ਦੋਵਾਂ ਸੂਰਮਿਆਂ ਦੇ ਲਹੂ ਦੇ ਨਾਲ। ਜਿਵੇਂ ਗੁਲਾਲ ਦੇ ਨਾਲ ਹੋਲੀ ਖੇਡਦੇ ਹੋਏ ਮਨੁੱਖਾਂ ਦੇ ਕੱਪੜੇ ਵਸਤਰ ਲੱਥਪੱਥ ਹੋ ਜਾਂਦੇ ਆ। ਪਰੇ ਏਕ ਬਾਰੀ ਬਕੈ ਮਾਰ ਮਾਰੀ। ਇੱਕੋ ਵੇਰ ਦੋਵੇਂ ਫੌਜਾਂ ਇੱਕ ਦੂਜੇ ਦੇ ਉੱਪਰ ਹਮਲਾਵਰ ਹੋਈਆਂ, ਹੱਲਾ ਕੀਤਾ, ਮਾਰ ਲੋ ਬਕਦੇ ਆ ਮੁਖ ਤੋਂ। ਹਲਾਹੂਲ ਰੇਲੇ ਪਰੀ ਨਾ ਵੀ ਪਿਛੇਲੇ। ਕੋਈ ਪਿੱਛੇ ਨਹੀਂ ਹਟਦਾ ਇਸ ਹਮਲੇ ਦੇ ਵਿੱਚੋਂ। ਇੱਕ ਦੂਜੇ ਦੇ ਉੱਪਰ ਚੜ੍ਹਾਈ ਕਰਨ ਦੀ, ਇੱਕ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਐਸਾ ਉਸ ਸਮੇਂ ਧੱਕਾ ਮੁੱਕੀ ਹੋ ਰਿਹਾ ਹੈ। ਗਰੇ ਵੀਰ ਮਾਨੀ ਬੜੇ ਸ਼ਸਤਰ ਪਾਨੀ। ਜਿਹੜੇ ਵੱਡੇ ਵੱਡੇ ਹੰਕਾਰੀ ਸੂਰਮੇ ਸੀ ਨਾ, ਜਿਨ੍ਹਾਂ ਨੇ ਬੜੇ ਭਿਆਨਕ ਪ੍ਰਚੰਡ ਸ਼ਸਤਰ ਹੱਥ ਦੇ ਵਿੱਚ ਧਾਰਨ ਕੀਤੇ ਹੋਏ ਸੀ, ਇਉਂ ਹੱਲਾ ਕਰਦਿਆਂ ਸਾਰ ਜੰਗ ਭੂਮੀ ਦੇ ਵਿੱਚ ਮਾਰੇ ਗਏ, ਸ਼ਸਤਰਾਂ ਦੇ ਸ਼ਿਕਾਰ ਹੋ ਗਏ। ਭਇਓ ਅੰਧਕਾਰਾ ਵਦੀ ਧੂਮ ਧਾਰਾ। ਇਸ ਤਰੀਕੇ ਦੇ ਨਾਲ ਧੂਏ ਦੀ ਧਾਰ ਵਧੀ। ਉਸ ਸਮੇਂ ਧਰਤੀ ਦੇ ਉੱਪਰ ਇੱਕਦਮ ਕਰਤਾਰਪੁਰ ਦੀ ਦੇ ਉੱਪਰ ਹਨੇਰਾ ਛਾ ਗਿਆ, ਜਿੱਥੇ ਇਹ ਜੰਗ ਹੋ ਰਿਹਾ ਹੈ। ਉਡੀ ਧੂਲ ਛਾਈ ਦਿਨਸ਼ ਛਪਾਈ। ਜਿਹੜੀ ਘੋੜਿਆਂ ਦੇ ਪੌੜ ਦੇ ਨਾਲ ਧੂੜ ਉੱਡੀ ਹੈ, ਐਸੀ ਅਸਮਾਨ ਦੇ ਵਿੱਚ ਛਾਈ ਹੈ ਵੀ ਸੂਰਜ ਨੂੰ ਢੱਕ ਦਿੱਤਾ ਹੈ। ਵਜੇ ਰਾਗ ਮਾਰੂ ਸੋ ਜੂਝਾਂ ਜੁਝਾਰੂ। ਔਰ ਨਗਾਰੇ ਹਨ ਜਿਹੜੇ, ਉਹਨਾਂ ਦੀ ਆਵਾਜ਼ ਉੱਠ ਰਹੀ ਹੈ। ਹੋਰ ਵਾਜਿਆ ਜੰਤਰ ਸੂਰਮਿਆਂ ਨੂੰ ਹੌਸਲਾ ਦੇਣ ਵਾਲੇ, ਪ੍ਰੇਰਨਾ ਦੇਣ ਵਾਲੇ, ਵੀਰ ਰਸ ਦੇਣ ਵਾਲੇ, ਉਹ ਵਾਜਿਆ ਜੰਤਰ ਰਣ ਭੂਮੀ ਦੇ ਵਿੱਚ ਵੱਜਦੇ ਹੋਏ ਸੁਣਾਈ ਦਿੰਦੇ ਆ। ਦਿਸ਼ਾ ਦਾਨ ਸੂਰੰ ਹਿਰਦੇ ਕ੍ਰੋਧ ਪੂਰੰ। ਦੋਵਾਂ ਦਿਸ਼ਾਵਾਂ ਦੇ ਸੂਰਮਿਆਂ ਦੇ ਹਿਰਦਿਆਂ ਦੇ ਵਿੱਚ ਬੜਾ ਭਾਰੀ ਰੋਸ਼ ਹੈ, ਬਹੁਤ ਭਾਰੀ ਵੀਰ ਰਸ ਛਾਇਆ ਹੋਇਆ ਹੈ। ਕਰੇ ਲਾਲ ਲੈਣਾ ਬਕੈ ਬਕਨ ਬੈਨਾ। ਦੋਵੇਂ ਪਾਸਿਆਂ ਦੇ ਸੂਰਮਿਆਂ ਨੇ ਵੀਰ ਰਸ ਵਿੱਚ ਨੇਤਰ ਲਾਲ ਕੀਤੇ ਹੋਏ ਆ ਆਪਣੇ। ਔਰ ਬਕ ਇੱਕ ਦੂਜੇ ਦੇ ਤਾਈ ਅਜੋਗ ਬਚਨ ਕਹਿੰਦੇ ਆ, ਕੌੜੇ ਬਚਨ ਕਹਿੰਦੇ ਆ ਜੀ। ਗੁਰੂ ਵੀਰ ਗਾਢੋ ਕਹਾਂ ਆਪ ਠਾਡੋ। ਤੁਰਕ ਕਹਿੰਦੇ ਆ, ਕਹਿੰਦੇ ਕਿੱਥੇ ਆ ਗੁਰੂ ਵੱਡਾ ਸੂਰਮਾ, ਕਿਹੜੀ ਜਗ੍ਹਾ ਤੇ ਜਾ ਕਰਕੇ ਖਲੋਤਾ ਹੋਇਆ ਹੈ। ਚਲੋ ਤਾਹੇ ਤੀਰੰ ਦਿਖੈ ਕੇਸ ਧੀਰੰ। ਚਲੋ ਉਸ ਦੇ ਪਾਸ ਉਹਦਾ ਸਾਹਮਣਾ ਕਰੀਏ ਚੱਲ ਕੇ ਗੁਰੂ ਦਾ, ਵੇਖੀਏ ਕੈਸੀ ਧੀਰਜ ਹੈ, ਕੈਸੀ ਜੰਗ ਦੀ ਕਲਾ ਹੈ ਗੁਰੂ ਸੂਰਮੇ ਵਿੱਚ। ਕਹੋ ਮੇਲ ਕੈ ਕੈ ਕਿਦਾਂ ਪ੍ਰਾਨ ਕਹਿ ਕੈ। ਮਿਲ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਈ ਪਕੜ ਲਵੋ ਰਣ ਭੂਮੀ ਦੇ ਵਿੱਚ। ਔਰ ਜਾਂ ਫਿਰ ਕਦੋਂ ਉਹਨਾਂ ਦੇ ਜਿਹੜੇ ਪ੍ਰਾਣ ਹੈ ਉਹਨਾਂ ਦੇ ਤਾਈ ਘੈ ਵਿਨਾਸ਼ ਕਰ ਦਿਓ। ਕਰੋ ਜੀਤ ਭਾਰੀ ਨਾ ਕੀਜੈ ਅਵਾਰੀ। ਹੁਣ ਦੇਰ ਨਾ ਲਾਵੋ, ਬਹੁਤੀ ਛੇਤੀ ਦੇ ਨਾਲ ਭਾਰੀ ਜਿੱਤ ਦੇ ਤਾਈ ਪ੍ਰਾਪਤ ਕਰਨਾ ਚਾਹੀਦਾ ਹੈ। ਕਹੈ ਛਤਰ ਖੋਟੇ ਜਬੈ ਲਾਉ ਨਾ ਹੋਟੇ। ਇਉਂ ਇਹ ਜਿਹੜੇ ਵੈਰੀ ਹਨ, ਮੂੰਹ ਤੋਂ ਉਹਨਾਂ ਚਿਰ ਇਹ ਅਜੋਗ ਬਚਨ ਬੋਲਦੇ ਰਹੇ, ਗੱਲਾਂ ਕਰਦੇ ਰਹੇ, ਜਿੰਨਾ ਚਿਰ ਇਹਨਾਂ ਨੂੰ ਵਾਪਸ ਨਹੀਂ ਮੋੜਿਆ ਸਿੱਖ ਸੂਰਮਿਆਂ ਨੇ ਇਹਨਾਂ ਦਾ ਮੂੰਹ ਭੰਨ ਕਰਕੇ। ਵਧੇ ਅਗਰ ਆਏ ਤੁਰੰਗੰ ਤਵਾਏ। ਇਸ ਤਰੀਕੇ ਦੇ ਨਾਲ ਗੱਲਾਂ ਕਰਦੇ ਹੋਏ ਅੱਗੇ ਵੱਧਦੇ ਆਉਂਦੇ ਆ, ਘੋੜਿਆਂ ਨੂੰ ਦੜਾਇਆ ਹੋਇਆ ਜੀ। ਦੋਹਰਾ ਮਾਰ ਮਾਰ ਇਵ ਕਰਤ ਰਿਪ ਜਬ ਘਾਲਿਓ ਕਮਸਾਨ। ਮਾਰ ਲੋ ਕਹਿੰਦਿਆਂ ਨੇ ਇਉਂ ਜਦੋਂ ਵੈਰੀਆਂ ਨੇ ਸਿੱਖ ਸੂਰਮਿਆਂ ਦੇ ਉੱਪਰ ਭਿਆਨਕ ਬਹੁਤ ਡਰਾਉਣਾ ਹੱਲਾ ਕੀਤਾ। ਬੋਰੜ ਆਏ ਤੁਰਕ ਗਨ ਸਕਲ ਮੇਲ ਪੂਠਾਨ। ਸਾਰੇ ਦੇ ਸਾਰੇ ਇਹ ਤੁਰਕ ਸੂਰਮੇ ਆ ਕੇ ਪੈ ਗਏ ਸਿੱਖ ਫੌਜ ਦੇ ਉੱਪਰ। ਇਸ ਤਰੀਕੇ ਦੇ ਨਾਲ ਮੁਕਾਬਲਾ ਆਰੰਭ ਹੋਇਆ। ਸਵਈਆ ਸ਼੍ਰੀ ਹਰਗੋਬਿੰਦ ਕੇ ਗਨ ਵੀਰ ਸਹਾਰ ਸਕੈ ਨਾ ਜਵੈ ਰਿਪ ਆਏ। ਇੱਧਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਸੂਰਮੇ
ਕਿਸ ਤਰੀਕੇ ਦੇ ਨਾਲ ਬਰਦਾਸ਼ਤ ਕਰ ਸਕਦੇ ਸੀ ਆਪਣੇ ਉੱਪਰ ਇਉਂ ਵੈਰੀ ਦੀ ਚੜ੍ਹਾਈ ਨੂੰ ਕੀਤੇ ਹੋਏ ਹਮਲੇ ਨੂੰ ਬਰਦਾਸ਼ਤ ਨਾ ਕਰ ਸਕੇ। ਚੁੰਗ ਕੋ ਬਾਂਧ ਨਿਸੰਗ ਗਏ ਵਧ ਆਗੇ ਤੁਫੰਗ ਸਮੂਹ ਚਲਾਏ। ਇੱਕ ਟੋਲਾ ਬੰਨ ਲਿਆ ਸਿੱਖ ਸੂਰਮਿਆਂ ਨੇ, ਜਥਾ ਬਣਾ ਲਿਆ, ਬੰਨ ਕਰਕੇ ਅੱਗੇ ਵਧੇ ਔਰ ਜਾ ਕਰਕੇ ਆਪਣੀਆਂ ਸਾਰੀਆਂ ਬੰਦੂਕਾਂ ਇੱਕੇ ਵਾਰੀ ਤੁਰਕਾਂ ਦੇ ਉੱਪਰ ਚਲਾ ਦਿੱਤੀਆਂ। ਜੋ ਗੁਲਕਾਂ ਛੁੱਟ ਸ਼ੂਕ ਗਈ ਤੁਰਕਾਨ ਕੇ ਅੰਗ ਸਭੀ ਲੱਗ ਜਾਏ। ਜਿਹੜੀਆਂ ਬੰਦੂਕਾਂ ਸਿੱਖ ਸੂਰਮਿਆਂ ਦੀਆਂ ਗੋਲੀਆਂ ਬੰਦੂਕਾਂ ਦੇ ਵਿੱਚੋਂ ਚੱਲੀਆਂ ਹੋਈਆਂ ਤੁਰਕਾਂ ਵੱਲ ਨੂੰ ਵਧੀਆਂ, ਉਹ ਸਭ ਦੀਆਂ ਸਭ ਤੁਰਕਾਂ ਦੇ ਸਰੀਰਾਂ ਵਿੱਚ ਦੀ ਲੰਘ ਗਈਆਂ, ਪ੍ਰਵੇਸ਼ ਕਰ ਗਈਆਂ ਹਨ। ਭੂਮ ਦੜਾ ਦੜ ਦੀਖਤ ਯੋ ਦਲ ਬ੍ਰਿਛ ਹਲੇ ਫਲ ਸੂਰ ਗਿਰਾਏ। ਇਸ ਤਰੀਕੇ ਨਾਲ ਸਿੱਖ ਸੂਰਮਿਆਂ ਦੀ ਮਚਾਈ ਮਾਰ ਦੇ ਨਾਲ ਘੋੜਿਆਂ ਤੋਂ ਧਰਤੀ ਤੇ ਡਿੱਗੇ ਐ। ਕਹਿੰਦੇ ਜਿਵੇਂ ਕਿਸੇ ਪੱਕੇ ਹੋਏ ਫਲਾਂ ਦੇ ਰੁੱਖ ਨੂੰ ਹਿਲਾਉਣ ਦੇ ਨਾਲ ਉਸ ਤੋਂ ਪੱਕੇ ਹੋਏ ਫਲ ਡਿੱਗਦੇ ਆ ਨਾ, ਦੜ ਦੜ ਕਰਦੇ ਧਰਤੀ ਦੇ ਉੱਪਰ, ਇਉਂ ਜਾ ਪਏ ਤੁਰਕ ਸਾਰੇ ਗੋਲੀਆਂ ਦਾ ਨਿਸ਼ਾਨਾ ਬਣ ਕੇ। ਤੂਰਨ ਬ੍ਰਿੰਦ ਬਰੂਦ ਕੋ ਡਾਲਤ ਐਂਚ ਨਿਕਾਲਤ ਹੈ ਗਜ ਸੂਰੇ। ਫਿਰ ਸਿੱਖ ਸੂਰਮੇ ਛੇਤੀ ਦੇ ਨਾਲ ਭਾਰੀ ਬਰੂਦ ਭਰ ਕਰਕੇ ਬੰਦੂਕਾਂ ਦੇ ਵਿੱਚ ਗਜ ਨਾਲ ਠੋਕ ਕਰਕੇ ਕੱਢ ਲੈਂਦੇ ਹਨ। ਗਜ ਦੇ ਤਾਈਂ ਵਾਪਸ ਰਮਾਂਦਸਤ ਕਰ ਲੈਂਦੇ ਆ ਜੀ। ਦੁਐ ਗੁਲਕਾਨ ਕੋ ਠੋਕਤ ਹੈ ਹਿਤ ਰੋਕਨ ਕੇਰ ਸਮੈ ਉਰ ਪੂਰੇ। ਦੋ ਦੋ ਗੋਲੀਆਂ ਇਉਂ ਭਰ ਲੈਂਦੇ ਆ ਬੰਦੂਕਾਂ ਦੇ ਵਿੱਚ, ਵੀਰ ਰਸ ਦੇ ਵਿੱਚ ਆਏ ਹੋਏ ਤੁਰਕਾਂ ਨੂੰ ਜਵਾਬ ਦੇਣ ਦੇ ਲਈ, ਰਣ ਭੂਮੀ ਦੇ ਵਿੱਚ ਨੱਥ ਪਾਉਣ ਦੇ ਲਈ, ਰੋਕਣ ਦੇ ਲਈ। ਹਾਥ ਰਵਾਂ ਕਰ ਛੋਰਤ ਸੰਮੁਖ ਮਾਰਤ ਕੇਰਤ ਨੇਰ ਕੇ ਦੂਰੇ। ਇਉਂ ਦਸਤ ਰਵਾਂ ਕਰਕੇ ਹੱਥਾਂ ਵਿੱਚ ਪਕੜ ਕਰਕੇ ਨਿਸ਼ਾਨਾ ਬਣਾ ਕੇ ਫਿਰ ਚਲਾ ਦਿੰਦੇ ਆ ਬੰਦੂਕਾਂ ਸਿੱਖ ਸੂਰਮੇ, ਔਰ ਸਿੱਟ ਦਿੰਦੇ ਆਪਣਾ ਨਿਸ਼ਾਨਾ ਬਣਾ ਕੇ ਤੁਰਕਾਂ ਨੂੰ, ਵੈਰੀਆਂ ਨੂੰ, ਕੋਈ ਨੇੜੇ ਹੋਵੇ ਚਾਹੇ ਕੋਈ ਦੂਰ ਹੋਵੇ। ਭੰਗ ਕੋ ਖਾਏ ਮਲੰਗ ਪਰੇ ਜਨ ਯੌਰਣ ਖੇਤ ਪਰੇ ਭਟ ਰੂਰੇ। ਇਸ ਤਰੀਕੇ ਦੇ ਨਾਲ ਡਿੱਗੇ ਪਏ ਆ ਵੱਡੇ ਵੱਡੇ ਨਪੁੰਨ ਸੂਰਮੇ ਜੰਗ ਲੜਨ ਦੇ ਤੁਰਕਾਂ ਦੇ। ਜਿਵੇਂ ਭੰਗ ਨੂੰ ਖਾ ਕੇ ਕੋਈ ਮਲੰਗ ਨਸ਼ੇੜੀ ਆ ਜਿਹੜਾ ਬੇਫਿਕਰੀ ਦੇ ਨਾਲ ਧਰਤੀ ਦੇ ਉੱਪਰ ਲੇਟਦਾ ਹੈ, ਇਸ ਤਰੀਕੇ ਦੇ ਨਾਲ ਲੇਟਦੇ ਆ ਜੀ। ਜੋ ਮਰ ਗਏ ਸੋ ਪਰੇ ਧਰ ਪੈ ਪਟ ਜੀਵਤ ਆਨ ਮਿਲੇ ਇੱਕ ਵਾਰੀ। ਜਿਹੜੇ ਮਰ ਗਏ ਉਹ ਧਰਤੀ ਦੇ ਉੱਪਰ ਡਿੱਗੇ ਪਏ ਆ, ਜਿਹੜੇ ਜੀਂਦੇ ਸਨ ਉਹ ਫਿਰ ਆਪਸਰੀ ਦੇ ਵਿੱਚ ਮਿਲ ਕਰਕੇ ਸਾਰੇ ਇਕੱਠੇ ਹੋ ਕਰਕੇ। ਦੋਨੋਂ ਵੀਰ ਲਏ ਦਲ ਕੋ ਅਮੀਆਂ ਮਿਹਰਾ ਹਥਿਆਰਨ ਧਾਰੀ। ਇਉਂ ਦੋਨਾਂ ਪਾਸਿਆਂ ਤੋਂ ਸੂਰਮੇ ਫਿਰ ਜੰਗ ਦੇ ਲਈ ਇੱਕ ਦੂਜੇ ਤੇ ਹਮਲਾ ਕਰਨ ਦੇ ਲਈ ਤਿਆਰ ਹੋਏ। ਇਧਰੋਂ ਭਾਈ ਅਮੀਆਂ ਚੰਦ ਤੇ ਭਾਈ ਮਹਿਰਾ ਚੰਦ, ਇਹ ਜਿਹੜੇ ਭਾਈ ਲੱਖੂ ਦੇ ਸਹਾਇਕ ਸੈਨਾਪਤੀ ਥਾਪੇ ਸੀ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਜੰਗ ਦੇ ਵਿੱਚ, ਤੇ ਭਾਈ ਲੱਖੂ ਜੀ ਸ਼ਹੀਦ ਹੋ ਚੁੱਕੇ ਐ। ਸੋ ਇਸ ਕਰਕੇ ਕੁਤਬ ਖਾਨ ਦੇ ਹੱਥੋਂ, ਇਸ ਕਰਕੇ ਹੁਣ ਜੰਗ ਦੀ ਅਗਵਾਈ ਬਤੌਰ ਸੈਨਾਪਤੀ ਇਹ ਦੋਵੇਂ ਸਿੱਖ ਹੀ ਕਰਦੇ, ਅਮੀਆਂ ਚੰਦ ਤੇ ਮਹਿਰਾ ਚੰਦ। ਇਹਨਾਂ ਦੋਵਾਂ ਨੇ ਸਿੱਖ ਸੂਰਮਿਆਂ ਨੂੰ ਇਕੱਤਰ ਕੀਤਾ। ਇਸ ਤਰੀਕੇ ਦਾ ਉਤਸ਼ਾਹ ਵੇਖ ਕੇ ਤੁਰਕਾਂ ਦੇ ਹਿਰਦਿਆਂ ਦੇ ਵਿੱਚ, ਔਰ ਸ਼ਸਤਰ ਆਪਣੇ ਹੱਥਾਂ ਦੇ ਵਿੱਚ ਧਾਰਨ ਕੀਤੇ। ਛੋਰ ਦਈ ਇੱਕ ਵਾਰ ਤੁਫੰਗਨ ਫੇਰ ਨਿਕਾਰ ਜੁਟੇ ਤਰਵਾਰੀ। ਇੱਕ ਵਾਰ ਭਰੀਆਂ ਹੋਈਆਂ ਬੰਦੂਕਾਂ ਜਿਹੜੀਆਂ ਸਨ ਗੋਲੀਆਂ ਚਲਾ ਦਿੱਤੀਆਂ ਤੁਰਕਾਂ ਦੇ ਉੱਪਰ, ਔਰ ਫਿਰ ਜਦੋਂ ਗੋਲੀਆਂ ਚੱਲ ਗਈਆਂ ਹੱਥਾਂ ਦੇ ਵਿੱਚ ਸ਼੍ਰੀ ਸਾਹਿਬਾਂ ਧੂ ਲਈਆਂ ਹਨ ਜੀ। ਕਿਉਂ ਚਮਕੀ ਜਨ ਬ੍ਰਿੰਦ ਛਟਾ ਘਨ ਮੈਂ ਦਮਕੈ ਥਿਰਕੈ ਕਰ ਸਾਰੀ। ਕਿਉਂ ਖਿੱਚ ਕਰਕੇ ਜੁਟ ਗਏ ਜੰਗ ਦੇ ਵਿੱਚ, ਫੜੀਆਂ ਹੋਈਆਂ ਸ਼੍ਰੀ ਸਾਹਿਬਾਂ ਹੱਥਾਂ ਵਿੱਚ ਚਮਕਦੀਆਂ ਜਿਵੇਂ ਅਸਮਾਨ ਦੇ ਵਿੱਚ ਛਾਏ ਹੋਏ ਬੱਦਲਾਂ ਦੇ ਵਿੱਚੋਂ ਬਿਜਲੀ ਲਿਸ਼ਕਦੀ ਹੈ ਨਾ, ਇਸ ਤਰੀਕੇ ਦੀ ਸ਼ੋਭਾ ਪਾਉਂਦੇ ਆ ਜੀ। ਕਾਟਤ ਆਪਸ ਮੈਂ ਭਟ ਅੰਗ ਨਿਸੰਗ ਭਏ ਮਨ ਜੰਗ ਮਝਾਰੀ। ਇੱਕ ਦੂਜੇ ਦੇ ਆਪਸਰੀ ਦੇ ਵਿੱਚ ਅੰਗ ਵੱਡ ਵੱਡ ਕੇ ਸੁੱਟੀ ਆ ਰਹੇ ਹਨ ਧਰਤੀ ਦੇ ਉੱਪਰ, ਨਿਡਰ ਹੋ ਕੇ ਇਸ ਤਰੀਕੇ ਦੇ ਨਾਲ ਲੜਦੇ ਆ ਜੰਗ ਦੇ ਵਿੱਚ। ਮੋਢਨ ਕੋ ਕਟ ਦੇਤ ਕਿਨੂੰ ਅਸ ਤੁੰਡ ਕੇ ਮੁੰਡ ਪੈ ਝਾਰੀ। ਕਿਸੇ ਦਾ ਮੋਢਾ ਵੱਢਿਆ ਜਾਂਦਾ ਹੈ ਸ਼ਸਤਰ ਦੇ ਵਾਰ ਦੇ ਨਾਲ, ਕਿਸੇ ਦਾ ਲੱਕ ਦੇ ਪਾਸ ਹੀ ਕਿਸੇ ਦੇ ਵਾਰ ਹੋ ਜਾਂਦਾ, ਇੱਥੋਂ ਧੜ ਦੋ ਟੁੱਟੇ ਹੋ ਜਾਂਦਾ ਹੈ। ਕਿਸੇ ਦਾ ਕੱਲਾ ਸਿਰ ਵੱਢਿਆ ਜਾਂਦਾ ਹੈ, ਔਰ ਕਿਸੇ ਦੇ ਮੁਖ ਦੇ ਉੱਪਰ ਵਾਰ ਹੁੰਦਾ ਹੈ, ਖੋਪੜੀ ਲੈ ਜਾਂਦੀ ਉਤਲੇ ਬੰਨਿਓ। ਇਸ ਤਰੀਕੇ ਦੇ ਨਾਲ ਜਿਸ ਜਿਸ ਅੰਗ ਤੇ ਸਰੀਰ ਦੇ ਜਿਸ ਜਿਸ ਹਿੱਸੇ ਤੇ ਸਿੱਖ ਸੂਰਮਿਆਂ ਦੀ ਚਲਾਈ ਹੋਈ ਸ਼੍ਰੀ ਸਾਹਿਬ ਲੱਗਦੀ ਹੈ, ਤੁਰਕਾਂ ਦਾ ਵਿਨਾਸ਼ ਕਰਦੇ ਜਾ ਰਹੇ ਹਨ ਜੀ। ਹਾਥ ਕਟੇ ਗ੍ਰਹਿ ਬਰੀਵ ਕਟੀ ਕਿਸ ਜਾਂਗ ਕਟੀ ਵੱਡ ਤੂਰਨ ਧਾਰੀ। ਕਿਸੇ ਦਾ ਹੱਥ ਵੱਢ ਸੁੱਟਿਆ, ਕਿਸੇ ਦੀ ਧੌਣ ਵੱਢੀ ਗਈ ਹੈ, ਕਿਸੇ ਦੀ ਪੱਟ ਲਾਗੋਂ ਲੱਤ ਵੱਢੀ ਗਈ ਹੈ। ਐਸੀ ਫੁਰਤੀ ਦਿਖਾਈ ਸਿੱਖ ਸੂਰਮਿਆਂ ਨੇ ਕਿ ਇਹਨਾਂ ਦੀ ਫੌਜ ਹੈ ਜਿਹੜੀ ਲੰਗੜੀ ਲੂਲੀ
ਬੇਕਾਰ ਵਿਅਰਥ ਕਰਕੇ ਸੁੱਟ ਦਿੱਤੀ ਹੈ। ਰੰਗ ਲਈ ਅਸ ਸ਼ਰੋਨਤ ਸੋ ਮ੍ਰਿਤ ਚਾਵਤ ਪਾਨ ਜਯੋ ਜੀਵ ਨਿਕਾਰੀ। ਕਿਉਂ ਇਸ ਤਰੀਕੇ ਦੇ ਨਾਲ ਰੰਗ ਲਈਆਂ ਸ਼੍ਰੀ ਸਾਹਿਬਾਂ ਸਿੱਖ ਸੂਰਮਿਆਂ ਨੇ ਤੁਰਕਾਂ ਦੇ ਖੂਨ ਦੇ ਵਿੱਚ, ਕਹਿੰਦੇ ਜਿਵੇਂ ਮੰਨ ਲਓ ਮੌਤ ਨੇ ਆਪਣੀ ਜ਼ੁਬਾਨ ਕੱਢੀ ਹੋਵੇ ਔਰ ਉਸ ਨੂੰ ਤੁਰਕਾਂ ਦੇ ਖੂਨ ਦੇ ਨਾਲ ਪੀ ਕਰਕੇ ਰੰਗ ਚੜਾ ਲਿਆ ਹੋਵੇ ਲਾਲ। ਇਸ ਤਰੀਕੇ ਦੇ ਨਾਲ ਲਾਲ ਹੋਈਆਂ ਸ਼੍ਰੀ ਸਾਹਿਬਾਂ ਸ਼ੋਭਦੀਆਂ ਜੀ। ਮਨਹੁ ਵਿਆਹ ਸਮਾਜ ਬਨਿਓ ਜਨ ਪ੍ਰੀਤ ਕਰੇ ਜੁਗ ਔਰ ਢਰੇ। ਕਹਿੰਦੇ ਜਾਂ ਮੰਨ ਲਓ ਇਸ ਤਰੀਕੇ ਦੇ ਨਾਲ ਜੰਗ ਮੱਚਿਆ ਜਿਵੇਂ ਦੋ ਪਾਸਿਆਂ ਤੋਂ ਦੋ ਬਣੇ ਹੋਏ ਟੋਲੇ ਵਿਆਹ ਦੇ ਵਿੱਚ ਇਕੱਤਰ ਹੋਏ ਹੋਣ ਤੇ ਵਿਆਹ ਦੇ ਵਿੱਚ ਜਿਵੇਂ ਮਿਲਣੀਆਂ ਮਿਲਾਪ ਕਰਦੇ ਆ, ਇਸ ਤਰੀਕੇ ਦੇ ਨਾਲ ਆਪਸਰੀ ਦੇ ਵਿੱਚ ਮਿਲ ਰਹੇ ਹੁਣ ਪ੍ਰੇਮ ਦੇ ਨਾਲ। ਸੂਰਨ ਕੇ ਪਿਖ ਨੂਰਨ ਕੋ ਕਰ ਪੂਰਨ ਹੂਰਨ ਆਨ ਬਰੇ। ਔਰ ਵੇਖ ਕਰਕੇ ਸੂਰਮਿਆਂ ਦੇ ਨੂਰ ਦੇ ਤਾਈ ਜਿਹੜੇ ਸਾਹਮਣੇ ਹੋ ਕੇ ਯੋਧੇ ਲੜਦੇ ਆ, ਉਹਨਾਂ ਨੂੰ ਦੇਵ ਵਧੂ ਆ ਕਰਕੇ ਛੇਤੀ ਦੇ ਨਾਲ ਪਛਾਣ ਕਰਕੇ ਵਰ ਲੈਂਦੀਆਂ ਜੀ। ਬਾਦਤ ਬਾਜਤ ਮਾਰ ਉਚਾਰਤ ਗਾਵਤ ਗੀਤ ਜੋ ਮੋਦ ਭਰੇ। ਵੱਜਦੇ ਹਨ ਮਾਰੂ ਵਾਜੇ, ਮਾਰ ਲੋ ਦੀ ਜਿਹੜੀ ਆਵਾਜ਼ ਉੱਠ ਰਹੀ ਹੈ ਰਣ ਭੂਮੀ ਦੇ ਵਿੱਚ, ਮੰਨ ਲਓ ਉਹ ਗੀਤ ਹਨ, ਗਾਣੇ ਹਨ ਔਰ ਉਤਸ਼ਾਹ ਦੇ ਨਾਲ ਭਰੇ ਹੋਏ ਜਿਹੜੇ ਮਾਰ ਲੋ ਦਾ ਸੁਰ ਉਚਾਰਨ ਕਰਦੇ ਆ। ਕਹਿੰਦੇ ਮੰਨ ਲਓ ਜਿਵੇਂ ਉਹ ਪੂਰਨ ਰਾਗੀ ਹੋਣ, ਗਵਈਏ ਹੋਣ, ਤਾਣਾ ਜਾਣਦੇ ਹੋਣ, ਗਾਣ ਦੀਆਂ ਬਰੀਕੀਆਂ। ਇਸ ਤਰੀਕੇ ਦੇ ਨਾਲ ਮਾਰ ਲੋ ਝਾਰਦੇ ਆ, ਚਾਅ ਨਾਲ ਭਰੇ ਹੋਏ। ਹੋਤ ਮਹਾ ਉਤਸਾਹ ਮਿਲੇ ਪਟ ਰੰਗਤ ਰੰਗ ਸੁਰੰਗ ਖਰੇ। ਬਹੁਤ ਭਾਰੀ ਉਤਸ਼ਾਹ ਜੰਗ ਦਾ ਇਸ ਤਰੀਕੇ ਦੇ ਨਾਲ ਹੋ ਰਿਹਾ ਹੈ। ਇੱਕ ਦੂਜੇ ਦੇ ਕੱਪੜੇ ਦੋਵਾਂ ਪਾਸਿਆਂ ਦੀਆਂ ਸੈਨਾ ਨੇ ਇੱਕ ਦੂਜੇ ਦੇ ਖੂਨ ਦੇ ਨਾਲ ਲੱਥਪੱਥ ਕਰ ਦਿੱਤੇ ਆ, ਲਾਲ ਰੰਗ ਦੇ ਨਜ਼ਰ ਆ ਰਹੇ ਹਨ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੀ ਨੇ। ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਬਾਦਤ ਬਾਜਤ ਮਾਰ ਉਚਾਰਤ